IMF ਦਾ ਬਣਨਾ 1944 ਵਿੱਚ ਜਦੋਂ ਅਮਰੀਕਾ, ਇੰਗਲੈਂਡ, ਫਰਾਂਸ ਤੇ ਰੂਸ ਦੇ ਸਾਂਝੇ ਗੁੱਟ ਨੂੰ ਆਪਣੇ ਵਿਰੋਧੀ ਜਾਪਾਨ, ਇਟਲੀ ਤੇ ਜਰਮਨੀ ਦੇ ਗੁੱਟ ਨੂੰ ਦੂਜੀ ਸੰਸਾਰ ਜੰਗ ਵਿੱਚ ਜਿੱਤ ਲੈਣ ਦਾ ਵਿਸ਼ਵਾਸ ਹੋ ਗਿਆ ਤਾਂ 44 ਦੇਸ਼ਾਂ ਦੇ ਨੁਮਾਇੰਦੇ ਅਮਰੀਕਾ ਦੇ ਨਿਊ ਹੈਮਸ਼ਾਇਰ ਸ਼ਹਿਰ ਵਿੱਚ ਮਿਲ ਬੈਠੇ ਤੇ ਜੰਗ ਦੇ ਖਤਮ ਹੋਣ ਤੋਂ ਪਿੱਛੋਂ ਦੇ ਸੰਸਾਰ ਦੇ ਆਰਥਿਕ ਪ੍ਰਬੰਧ ਦਾ ਤਾਣਾ ਬਾਣਾ ਬੁਣਨਾ ਸ਼ੁਰੂ ਕਰ ਦਿੱਤਾ। ਇਹਨਾਂ ਵਿੱਚ ਰੂਸ ਮੁੱਢਲੀ ਸ਼ਮੂਲੀਅਤ ਤੋਂ ਬਾਅਦ ਕਿਨਾਰਾ ਕਰ ਗਿਆ ਸੀ। 1944 ਵਿੱਚ ਨਿਊ ਹੈਮਸ਼ਾਇਰ ਵਿਖੇ ਹੋਏ 44 ਦੇਸ਼ਾਂ ਦੇ ਇਕੱਠ ਨੇ ਇੱਕ ਦਸਤਾਵੇਜ਼ 'ਤੇ ਦਸਤਖਤ ਕੀਤੇ ਜਿਸ ਨੂੰ ਬ੍ਰੈਟਨ ਵੁਡਸ ਐਗਰੀਮੈਂਟ ਕਿਹਾ ਗਿਆ। ਇਸ ਬ੍ਰੈਟਨ ਵੁਡਸ ਐਗਰੀਮੈਂਟ ਰਾਹੀਂ ਦੋ ਨਵੇਂ ਅਦਾਰੇ ਹੋਂਦ ਵਿੱਚ ਲਿਆਂਦੇ ਗਏ। ਪਹਿਲੇ ਨੰਬਰ 'ਤੇ IMF ਇੰਟਰਨੈਸ਼ਨਲ ਮੋਨੀਟਰੀ ਫੰਡ। 22 ਜੁਲਾਈ 1944 ਨੂੰ ਬਣੇ ਇਸ ਅਦਾਰੇ ਨੂੰ ਪੱਕੇ ਤੌਰ 'ਤੇ ਇੱਕ ਮੰਚ ਬਣ ਕੇ ਸੰਸਾਰ ਦੇ ਸਰਮਾਏ ਸੰਬੰਧੀ ਅੰਤਰਰਾਸ਼ਟਰੀ ਮਸਲਿਆਂ ਨੂੰ ਹੱਲ ਕਰਨ ਲਈ ਮਾਧਿਅਮ ਬਣਾ ਦਿੱਤਾ ਗਿਆ। ਅੰਤਰਰਾਸ਼ਟਰੀ ਵਪਾਰ ਨੂੰ ਸੁਵਿਧਾ ਪ੍ਰਦਾਨ ਕਰਨੀ ਤੇ ਮੈਂਬਰ ਦੇਸ਼ਾਂ ਦੇ ਦਰਮਿਆਨ ਲੈਣ ਦੇਣ ਨੂੰ ਸਥਿਰਤਾ ਦੇਣੀ ਤੇ ਇਸ ਦੇ ਮੰਤਵਾਂ ਵਿੱਚ ਸਨ। ਜਿਹੜਾ ਛੁਪਿਆ ਹੋਇਆ ਮੁੱਦਾ ਇਸ ਸੰਸਥਾ ਰਾਹੀਂ ਪੂਰਾ ਕਰਨਾ ਸੀ, ਉਹ ਇਸ ਦੇ ਕੰਮਾਂ ਵਿੱਚ ਮੁੱਖ ਕੰਮ ਸੰਸਾਰ ਵਿੱਚ ਲੈਣ ਦੇਣ ਤੇ ਪੇਮੈਂਟਸ ਭਾਵ ਅਦਾਇਗੀਆਂ ਦਾ ਸਿਸਟਮ ਤਿਆਰ ਕਰਨਾ ਸੀ, ਜਿਸ ਨਾਲ ਫੋਰਨ ਐਕਸਚੇਂਜ ਦੀਆਂ ਬੰਦਸ਼ਾਂ ਆਸਾਨ ਹੋ ਜਾਣ। ਇਸ ਰਾਹੀਂ ਅਮਰੀਕਾ ਦੇ ਡਾਲਰ ਨੂੰ ਸੰਸਾਰ ਭਰ ਦੇ ਵਪਾਰ ਤੇ ਲੈਣ ਦੇਣ ਦਾ ਮਾਧਿਅਮ ਬਣਾਉਣਾ ਸੀ। ਮੈਂਬਰ ਦੇਸ਼ਾਂ ਦੇ ਕੋਟੇ ਮਿੱਥੇ ਗਏ ਤੇ ਕਿਸੇ ਵੀ ਮੈਂਬਰ ਦੇਸ਼ ਨੇ ਆਪਣੇ ਮਿੱਥੇ ਹੋਏ ਕੋਟੇ ਅਨੁਸਾਰ ਮੈਂਬਰਸ਼ਿਪ ਫੀਸ ਜਿਹੜੀ ਸਬਸਕ੍ਰਿਪਸ਼ਨ ਦੇਣੀ ਸੀ, ਜਿਹੜੀ ਕੋਟੇ ਦਾ 25% ਤਾਂ ਸੋਨੇ ਜਾਂ US ਡਾਲਰ ਦੀ ਸ਼ਕਲ ਵਿੱਚ ਅਦਾ ਕਰਨੀ ਸੀ ਤੇ ਬਾਕੀ ਰਕਮ ਆਪਣੀ ਕਰੰਸੀ ਵਿੱਚ, ਜਿਸ ਦੀ ਕੀਮਤ US ਡਾਲਰਾਂ ਮੁਤਾਬਿਕ ਮਿਥੀ ਗਈ ਸੀ, ਅਦਾ ਕੀਤੀ ਗਈ। ਮੈਂਬਰ ਦੇਸ਼ ਆਪਣੇ ਕੋਟੇ ਮੁਤਾਬਕ ਫੋਰਨ ਕਰੰਸੀ ਇਸ ਫੰਡ ਵਿੱਚੋਂ ਖਰੀਦ ਸਕਦਾ ਸੀ। ਕੋਟੇ ਦਾ ਇੱਕ ਯੂਨਿਟ 1 ਲੱਖ US ਡਾਲਰ ਦਾ ਸੀ। ਕੋਟੇ ਮੁਤਾਬਿਕ ਹੀ ਮੈਨੇਜਮੈਂਟ ਦੀ ਚੋਣ ਵੇਲੇ ਵੋਟਾਂ ਦਾ ਅਧਿਕਾਰ ਦਿੱਤਾ ਗਿਆ। ਜਿਵੇਂ ਕੁਝ ਦੇਸ਼ਾਂ ਦਾ ਕੋਟਾ ਆਸਟ੍ਰੇਲੀਆ 200, ਕੈਨੇਡਾ 300, ਚੀਨ 550, ਫਰਾਂਸ 450, ਇੰਡੀਆ 400, ਮੈਕਸੀਕੋ 90, ਸਾਊਥ ਅਫਰੀਕਾ 100, ਇੰਗਲੈਂਡ 1300, ਅਮਰੀਕਾ 2750, ਰੂਸ ਵਾਸਤੇ 1200 ਰੱਖੇ ਗਏ। ਰੂਸ ਨੇ ਬਾਅਦ ਵਿੱਚ ਇਹ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਬ੍ਰੈਟਨ ਵੁਡਸ ਸਮਝੌਤੇ ਨੂੰ ਸਰਕਾਰੀ ਪ੍ਰਵਾਨਗੀ ਦੇਣ ਤੋਂ ਮਨਾ ਇਹ ਕਹਿ ਕੇ ਕਰ ਦਿੱਤਾ ਕਿ ਇਹ ਤਾਂ ਵਾਲ ਸਟਰੀਟ, ਨਿਊਯਾਰਕ ਵਿਚਲੇ ਆਰਥਿਕ ਅਦਾਰਿਆਂ ਦੀ ਭੂਮਿਕਾ ਨਿਭਾਏਗਾ। ਹਰ ਦੇਸ਼ ਦੀ ਕਰੰਸੀ ਦੀ ਪਾਰ ਵੈਲਿਊ ਭਾਵ ਵਟਾਂਦਰਾ ਮੁੱਲ ਸੋਨੇ 'ਤੇ ਆਧਾਰਿਤ ਮੰਨਿਆ ਗਿਆ। ਜਦ US ਡਾਲਰ, ਜਿਸ ਦੀ ਸੋਨਾ ਖਰੀਦ ਸ਼ਕਤੀ 1 ਜੁਲਾਈ 1944 ਨੂੰ ਸੀ, ਦੇ ਬਰਾਬਰ ਗਿਣਿਆ ਜਾਣਾ ਸੀ। ਸੋਨੇ ਦੀ ਵੀ ਪਾਰ ਵੈਲਿਊ ਮਿਥੀ ਜਾਣੀ ਸੀ ਤੇ ਕੋਈ ਵੀ ਮੈਂਬਰ ਦੇਸ਼ ਇਸ ਪਾਰ ਵੈਲਿਊ ਤੋਂ ਵੱਧ ਜਾਂ ਘੱਟ ਕੀਮਤ 'ਤੇ ਸੋਨਾ ਨਾ ਹੀ ਖਰੀਦੇਗਾ ਨਾ ਹੀ ਵੇਚੇਗਾ। ਇਸ ਵਿੱਚ ਇੱਕ ਮਿੱਥੇ ਗਏ ਮਾਰਜਨ ਦਾ ਵਾਧਾ ਘਾਟਾ ਹੋ ਸਕਦਾ ਸੀ। ਜੇ ਕਿਸੇ ਦੇਸ਼ ਨੂੰ IMF ਫੰਡਾਂ ਨੂੰ ਮੈਂਬਰਸ਼ਿਪ ਦੀ ਫੀਸ ਵਜੋਂ ਦਿੱਤੀ ਕਰੰਸੀ ਦੀ ਲੋੜ ਪੈ ਜਾਵੇ ਤਾਂ ਉਹ ਉਸਦੇ ਬਦਲੇ ਸੋਨਾ ਦੇ ਕੇ ਆਪਣੀ ਕਰੰਸੀ ਵਾਪਸ ਲੈ ਸਕਦਾ ਸੀ। ਫੰਡ ਨੂੰ ਚਲਾਉਣ ਵਾਸਤੇ ਬੋਰਡ ਆਫ ਗਵਰਨਰਸ ਕੋਟੇ ਦੇ ਮੁਤਾਬਿਕ ਵੋਟਾਂ ਦੇ ਆਧਾਰ 'ਤੇ 5 ਸਾਲ ਲਈ ਚੁਣਿਆ ਜਾਂਦਾ ਹੈ। ਹਰ ਦੇਸ਼ ਨੂੰ IMF ਨੂੰ ਦੱਸਦੇ ਰਹਿਣਾ ਪੈਂਦਾ ਹੈ ਕਿ ਉਸਦੇ ਕੋਲ ਕਿੰਨਾ ਸੋਨਾ ਹੈ, ਕਿੰਨੇ US ਡਾਲਰ ਹਨ, ਕਿੰਨੇ ਸੋਨੇ ਦਾ ਦੇਸ਼ ਵਿੱਚ ਉਤਪਾਦਨ ਹੋ ਰਿਹਾ ਹੈ, ਕਿੰਨਾ ਸੋਨਾ ਆਯਾਤ ਜਾਂ ਨਿਰਯਾਤ ਕੀਤਾ ਜਾ ਰਿਹਾ ਹੈ ਜਾਂ ਕੀਤਾ ਜਾਣਾ ਹੈ ਅਤੇ ਕਿੰਨੀ ਹੋਰ ਵਸਤਾਂ ਦੀ ਆਮਦ ਦਰਾਮਦ ਹੋ ਰਹੀ ਹੈ ਤੇ ਕਿੰਨੀਆਂ ਅੰਤਰਰਾਸ਼ਟਰੀ ਅਦਾਇਗੀ ਬਕਾਇਆ ਹਨ। ਆਦਿਕ ਹਰ ਕਿਸਮ ਦੀ ਅੰਦਰੂਨੀ ਜਾਣਕਾਰੀ ਫੰਡ ਪਾਸ ਜਾਣੀ ਚਾਹੀਦੀ ਹੈ। IMF ਨੇ ਹੀ ਅੰਤਰਰਾਸ਼ਟਰੀ ਵਪਾਰ ਦੇ ਨਿਯਮ ਤੇ ਸੁਵਿਧਾਵਾਂ ਤੈਅ ਕਰਨੀਆਂ ਹਨ, ਜਿਨ੍ਹਾਂ ਦਾ ਹਰ ਮੈਂਬਰ ਦੇਸ਼ ਨੇ ਪਾਲਣ ਕਰਨਾ ਹੈ। ਇਸ ਦੇ ਮੁੱਖ ਅਧਿਕਾਰ ਕੋਟੇ ਮੁਤਾਬਕ ਵੋਟਾਂ ਕਰਕੇ ਅਮਰੀਕਾ ਤੇ ਇਸ ਦੇ ਸਹਾਇਕਾਂ ਦਾ ਹੀ ਰਿਹਾ ਹੈ। ਵਰਲਡ ਬੈਂਕ ਦਾ ਬਣਨਾ
1944 ਦੇ ਬ੍ਰੈਟਨ ਵੁਡਸ ਐਗਰੀਮੈਂਟ ਨੇ ਅਮਰੀਕਾ ਦੇ ਡਾਲਰ ਨੂੰ ਸੰਸਾਰ ਵਪਾਰ ਦਾ ਮਾਧਿਅਮ ਬਣਾ ਕੇ ਅਮਰੀਕਾ ਵਿਚਲੇ ਫੈਡਰਲ ਰਿਜ਼ਰਵ ਬੈਂਕ ਦੀ ਸੰਸਾਰ ਸਰਦਾਰੀ ਕਾਇਮ ਕਰ ਦਿੱਤੀ। ਉਸੇ ਦਿਨ ਭਾਵ 22 ਜੁਲਾਈ 1944 ਨੂੰ ਇੱਕ ਹੋਰ ਅਹਿਦਨਾਮੇ ਤਹਿਤ IMF ਦੇ ਮੈਂਬਰਾਂ ਨੇ ਇੱਕ ਬੈਂਕ ਖੋਲ੍ਹਣ ਦਾ ਫੈਸਲਾ ਕੀਤਾ, ਜਿਸ ਦਾ ਨਾਂ ਮੁੜ ਉਸਾਰੀ ਅਤੇ ਉੱਨਤੀ ਲਈ ਅੰਤਰਰਾਸ਼ਟਰੀ ਬੈਂਕ ਇੰਟਰਨੈਸ਼ਨਲ ਬੈਂਕ ਫਾਰ ਰੀਕਨਸਟਰਕਸ਼ਨ ਐਂਡ ਡਿਵੈਲਪਮੈਂਟ, ਜਿਸ ਨੂੰ ਆਮ ਕਰਕੇ ਵਰਲਡ ਬੈਂਕ ਕਿਹਾ ਜਾਂਦਾ ਹੈ। ਇਸ ਬੈਂਕ ਦੇ ਮੁੱਢਲੇ ਮੈਂਬਰ ਉਹੀ ਹੋਣੇ ਸਨ ਜਿਹੜੇ IMF ਦੇ ਮੈਂਬਰ ਬਣੇ ਸਨ। ਇਸ ਦਾ ਮੁੱਢਲਾ ਸਟਾਕ 10 ਅਰਬ ਡਾਲਰ ਸੀ, ਜਿਸ ਨੂੰ 1-1 ਲੱਖ ਦੇ 1 ਲੱਖ ਸ਼ੇਅਰਾਂ ਵਿੱਚ ਵੰਡਿਆ ਗਿਆ ਤੇ IMF ਦੇ ਮੈਂਬਰ ਦੇਸ਼ਾਂ ਨੂੰ ਆਪਣੇ ਦਿੱਤੇ ਹੋਏ ਕੋਟੇ ਅਨੁਸਾਰ ਸ਼ੇਅਰ ਖਰੀਦਣ ਦਾ ਅਧਿਕਾਰ ਦਿੱਤਾ ਗਿਆ। ਮੈਂਬਰਸ਼ਿਪ ਸ਼ੇਅਰਾਂ ਦੀ ਕੀਮਤ ਸੋਨੇ ਜਾਂ US ਡਾਲਰਾਂ ਦੀ ਸ਼ਕਲ ਵਿੱਚ ਅਦਾ ਕਰਨਾ ਸੀ। ਸੰਸਾਰ ਦੇ ਅਰਥਚਾਰੇ ਤੇ ਬੈਂਕਾਂ ਦਾ ਕੰਟਰੋਲ। ਹੁਣ ਇਹ ਸਵਾਲ ਉੱਠਦਾ ਹੈ ਕਿ ਇਹਨਾਂ ਸਾਰੀਆਂ ਘਟਨਾਵਾਂ ਦਾ ਸੰਸਾਰ ਭਰ ਦੇ ਅਰਥਚਾਰੇ 'ਤੇ ਕੀ ਤੇ ਕਿਵੇਂ ਅਸਰ ਪਿਆ ਤੇ ਪੈ ਰਿਹਾ ਹੈ। ਇਸ ਨੂੰ ਸਮਝਣ ਵਾਸਤੇ ਇੱਕ ਬਿਆਨ ਨੂੰ ਸਮਝਣਾ ਜ਼ਰੂਰੀ ਹੈ, ਜਿਹੜਾ ਲੰਡਨ ਵਿੱਚ ਕਾਰੋਬਾਰ ਕਰ ਰਹੇ ਰੋਥਸਚਾਈਲਡ ਭਰਾਵਾਂ ਨੇ ਆਪਣੇ ਨਿਊਯਾਰਕ ਵਿੱਚ ਕਾਰੋਬਾਰੀ ਹਿੱਸੇਦਾਰਾਂ ਨੂੰ ਲਿਖ ਕੇ ਭੇਜਿਆ। ਉਹ ਇਸ ਤਰ੍ਹਾਂ ਸੀ: ਜਿਹੜੇ ਲੋਕ ਇਸ ਸਿਸਟਮ ਨੂੰ ਸਮਝਦੇ ਹਨ, ਉਹ ਜਾਂ ਤਾਂ ਆਪਣੇ ਮੁਨਾਫੇ ਵਾਸਤੇ ਜਾਂ ਆਪਣੇ ਲਈ ਰਿਆਇਤਾਂ ਵਾਸਤੇ ਚੁੱਪ ਰਹਿਣਗੇ ਤੇ ਉਹਨਾਂ ਵੱਲੋਂ ਕੋਈ ਮੁਖਾਲਫਤ ਨਹੀਂ ਹੋਵੇਗੀ, ਜਦੋਂ ਕਿ ਦੂਜੇ ਪਾਸੇ ਲੋਕਾਂ ਦੀ ਉਹ ਵੱਡੀ ਗਿਣਤੀ ਜਿਹੜੀ ਦਿਮਾਗੀ ਤੌਰ 'ਤੇ ਇਹ ਸਮਝਣ ਦੇ ਕਾਬਲ ਨਹੀਂ ਸੀ ਕਿ ਸਰਮਾਇਆ ਯਾਨੀ ਕਿ ਕੈਪੀਟਲ ਇਸ ਸਿਸਟਮ ਦਾ ਕਿੰਨਾ ਵੱਡਾ ਫਾਇਦਾ ਉਠਾ ਰਹੀ ਹੈ, ਉਹ ਇਸ ਭਾਰ ਨੂੰ ਬਿਨਾਂ ਕਿਸੇ ਸ਼ਿਕਾਇਤ ਸਹਿੰਦੇ ਰਹਿਣਗੇ ਤੇ ਉਹ ਇਹ ਸ਼ੱਕ ਵੀ ਨਹੀਂ ਕਰਨਗੇ ਕਿ ਇਹ ਸਿਸਟਮ ਉਹਨਾਂ ਦੇ ਹਿੱਤਾਂ ਦੇ ਵਿਰੁੱਧ ਹੈ। ਕੀ ਇਹ ਹੁਣ ਵੀ ਸੱਚ ਨਹੀਂ? ਅਮਰੀਕੀ ਡਾਲਰ ਦਾ ਵਪਾਰ ਦਾ ਮਾਧਿਅਮ ਬਣਨਾ ਕੁਝ ਇੱਕ ਦੇਸ਼ਾਂ ਨੂੰ ਛੱਡ ਕੇ ਦੁਨੀਆ ਭਰ ਨੂੰ ਅਮਰੀਕਾ ਦੇ ਆਰਥਿਕ ਗੁਲਾਮ ਬਣਾ ਗਿਆ। ਬ੍ਰੈਟਨ ਵੁਡਸ ਸਮਝੌਤੇ 'ਤੇ ਦਸਤਖਤ ਕਰਕੇ ਸ਼ੁਰੂ ਵਿੱਚ ਤਾਂ 44 ਦੇਸ਼ਾਂ ਨੇ, ਪਰ ਪਿੱਛੋਂ ਲਗਭਗ ਸਾਰਿਆਂ ਨੇ ਈਰਾਨ, ਸੀਰੀਆ, ਲਿਬਨਾਨ, ਸੋਮਾਲੀਆ, ਸੁਦਾਨ ਅਤੇ ਇਰਾਕ, ਰੂਸ ਤੋਂ ਸਿਵਾਏ ਬਾਕੀ ਸਾਰੇ ਦੇਸ਼ਾਂ ਨੇ ਅਮਰੀਕੀ ਡਾਲਰ ਨੂੰ ਲੈਣ ਦੇਣ ਦਾ ਮਾਧਿਅਮ ਮੰਨ ਲਿਆ। ਕਿਸੇ ਦੇਸ਼ ਵਿੱਚ ਜਾ ਕੇ ਕੁਝ ਵੀ ਲੈਣਾ ਹੋਵੇ ਤਾਂ ਤੁਹਾਡੇ ਪਾਸ ਅਮਰੀਕੀ ਡਾਲਰ ਹੋਣੇ ਚਾਹੀਦੇ ਹਨ। ਅਮਰੀਕਾ ਦਾ ਫੈਡਰਲ ਰਿਜ਼ਰਵ ਬੈਂਕ ਡਾਲਰ ਛਾਪ ਕੇ ਫੋਰਨ ਕਰੰਸੀ ਦੇ ਤੌਰ 'ਤੇ ਸੋਨੇ ਜਾਂ ਚਾਂਦੀ ਦੇ ਬਦਲੇ ਦੂਜੇ ਦੇਸ਼ਾਂ ਨੂੰ ਦਿੰਦਾ ਹੈ। ਜਦੋਂ ਕੁਝ ਦੇਸ਼ਾਂ ਨੇ ਸਵਾਲ ਕੀਤਾ ਕਿ ਅਸੀਂ ਤਾਂ ਤੁਹਾਡੇ ਕੋਲੋਂ ਸੋਨਾ, ਚਾਂਦੀ ਜਾਂ ਸਮਾਨ ਦੇ ਕੇ ਕਾਗਜ਼ ਦੇ ਛਾਪੇ ਹੋਏ ਟੁਕੜੇ ਲੈਂਦੇ ਹਾਂ, ਤਾਂ ਸਾਨੂੰ ਕੀ ਭਰੋਸਾ ਹੈ ਕਿ ਕੱਲ੍ਹ ਨੂੰ ਸਾਨੂੰ ਇਹਨਾਂ ਦੇ ਬਦਲੇ ਜੇ ਅਸੀਂ ਮੰਗ ਕਰੀਏ ਤਾਂ ਸੋਨਾ ਇਹਨਾਂ ਦੇ ਮੁੱਲ ਦੇ ਬਰਾਬਰ ਮਿਲ ਜਾਏਗਾ? ਤਾਂ ਅਮਰੀਕਾ ਨੇ ਦੁਨੀਆ ਭਰ ਨੂੰ ਇਹ ਗਾਰੰਟੀ ਦਿੱਤੀ ਕਿ ਜਿਸ ਦੇ ਪਾਸ ਵੀ 35 ਡਾਲਰ ਹੋਣਗੇ ਤੇ ਉਹ ਮੰਗੇ ਤਾਂ ਅਸੀਂ 35 ਡਾਲਰ ਬਦਲੇ 1 ਆਉਂਸ ਯਾਨੀ ਕਿ 30 ਗ੍ਰਾਮ ਸੋਨਾ ਦੇਵਾਂਗੇ। 1 ਜੁਲਾਈ 1944 ਨੂੰ 1 ਡਾਲਰ ਦਾ ਜਿੰਨਾ ਸੋਨਾ ਆਉਂਦਾ ਸੀ, ਉਸ ਨੂੰ ਸੋਨੇ ਦੀ ਕੀਮਤ ਦਾ ਆਧਾਰ ਮੰਨਿਆ ਗਿਆ। ਇਹ ਸਿਲਸਿਲਾ ਚੱਲਦਾ ਰਿਹਾ। ਡਾਲਰ ਪ੍ਰਧਾਨ ਬਣਿਆ ਰਿਹਾ। ਫੈਡਰਲ ਬੈਂਕ ਦਿਨ ਰਾਤ ਨੋਟ ਛਾਪਦਾ ਰਿਹਾ ਤੇ ਦੁਨੀਆ ਨੂੰ ਫੋਰਨ ਕਰੰਸੀ ਵਜੋਂ ਦੇਈ ਗਿਆ। 1970 ਦੇ ਕਰੀਬ ਜਦੋਂ ਫਰਾਂਸ ਦੇ ਬੈਂਕਾਂ ਨੇ ਵੇਖਿਆ ਕਿ ਉਹਨਾਂ ਦੀਆਂ ਤਿਜੋਰੀ ਤੇ ਕਮਰੇ ਅਮਰੀਕੀ ਡਾਲਰਾਂ ਨਾਲ ਭਰੇ ਪਏ ਹਨ, ਜਿਹੜੇ ਹੈ ਤਾਂ ਛਾਪੇ ਹੋਏ ਕਾਗਜ਼ ਦੇ ਟੁਕੜੇ ਹੀ, ਤਾਂ ਉਹਨਾਂ ਅਮਰੀਕਾ ਨੂੰ ਕਿਹਾ ਕਿ ਇਹ ਸਾਰੇ ਨੋਟ ਲੈ ਲਵੇ ਤੇ ਸਾਨੂੰ ਇਹਨਾਂ ਦੇ ਬਦਲੇ ਦਿੱਤੀ ਹੋਈ ਗਾਰੰਟੀ ਮੁਤਾਬਿਕ ਸੋਨਾ ਦੇ ਦਿਓ। ਤਾਂ ਅਮਰੀਕਾ ਨੇ ਵੇਖਿਆ ਕਿ ਜਿੰਨੇ ਨੋਟ ਉਹ ਛਾਪ ਚੁੱਕੇ ਹਨ, ਸੋਨਾ ਤਾਂ ਉਸ ਤੋਂ 10ਵਾਂ ਹਿੱਸਾ ਵੀ ਨਹੀਂ ਰਿਹਾ। ਤਾਂ ਅਮਰੀਕਾ ਦੇ ਪ੍ਰੈਜ਼ੀਡੈਂਟ ਨਿਕਸਨ ਨੇ 1971 'ਚ ਗਾਰੰਟੀ ਸਸਪੈਂਡ ਕਰ ਦਿੱਤੀ। ਹੁਣ ਡਾਲਰਾਂ ਦੇ ਬਦਲੇ ਸੋਨਾ ਜਾਂ ਚਾਂਦੀ ਦੀ ਕੋਈ ਗਾਰੰਟੀ ਨਹੀਂ। ਪੈਟਰੋ ਡਾਲਰ। ਹੁਣ ਅਮਰੀਕਾ ਨੂੰ ਦੁਨੀਆ ਭਰ ਦੇ ਦੇਸ਼ਾਂ ਨੂੰ ਭਰੋਸਾ ਦਿਵਾਉਣ ਦੀ ਲੋੜ ਸੀ ਕਿ ਉਹ ਡਾਲਰਾਂ ਦੇ ਬਦਲੇ ਸੋਨੇ ਦੀ ਥਾਂ ਹੋਰ ਕੀ ਦੇ ਸਕਦਾ ਹੈ। ਤਾਂ ਅਮਰੀਕਾ ਨੇ ਗਲਫ ਦੇਸ਼ਾਂ 'ਤੇ ਜ਼ੋਰ ਪਾਇਆ ਕਿ ਉਹ ਆਪਣਾ ਤੇਲ ਸਿਰਫ ਅਮਰੀਕੀ ਡਾਲਰਾਂ ਦੇ ਬਦਲੇ ਹੀ ਵੇਚਣ, ਕਿਸੇ ਹੋਰ ਕਰੰਸੀ ਵਿੱਚ ਨਾ ਵੇਚਣ, ਕਿਉਂਕਿ ਕੁਝ ਦੇਸ਼ ਜਿਨ੍ਹਾਂ ਬ੍ਰੈਟਨ ਵੁਡਸ ਸਮਝੌਤੇ ਨੂੰ ਅਜੇ ਵੀ ਨਹੀਂ ਮੰਨਿਆ ਸੀ, ਆਪਣਾ ਤੇਲ ਆਪਣੀ ਮਰਜ਼ੀ ਨਾਲ ਜਿਹੜੀ ਵੀ ਕਰੰਸੀ ਉਹਨਾਂ ਨੂੰ ਠੀਕ ਲੱਗਦੀ ਸੀ ਦੇ ਬਦਲੇ ਵੇਚ ਦਿੰਦੇ ਸਨ। ਅਮਰੀਕਾ ਨੇ ਗਲਫ ਦੇ ਉਹਨਾਂ ਦੇਸ਼ਾਂ ਨੂੰ ਆਪਣੀ ਫੌਜੀ ਸੁਰੱਖਿਅਤਾ ਦੀ ਗਾਰੰਟੀ ਦਿੱਤੀ ਤੇ ਨਾਲ ਹੀ ਸ਼ਰਤ ਲਾਈ ਕਿ ਤੁਸੀਂ ਤੇਲ ਡਾਲਰ ਲੈ ਕੇ ਹੀ ਵੇਚੋਗੇ ਤੇ ਲਏ ਹੋਏ ਡਾਲਰ
ਅਮਰੀਕਾ ਦੇ ਬੈਂਕਾਂ ਵਿੱਚ ਜਮ੍ਹਾਂ ਕਰਾਓਗੇ ਜਾਂ ਅਮਰੀਕਾ ਵਿੱਚ ਨਿਵੇਸ਼ ਕਰੋਗੇ। ਇਹ ਸ਼ਰਤ ਇਰਾਕ, ਈਰਾਨ, ਲੀਬੀਆ ਤੇ ਕੁਝ ਹੋਰ ਦੇਸ਼ਾਂ ਨੇ, ਜਿਨ੍ਹਾਂ ਦਾ ਜ਼ਿਕਰ ਉੱਤੇ ਕੀਤਾ ਗਿਆ ਹੈ, ਨਾ ਮੰਨੀ। ਇਰਾਕ ਦੇ ਸਦਾਮ ਹੁਸੈਨ ਨੇ ਆਪਣਾ ਤੇਲ ਯੂਰੋ ਦੇ ਬਦਲੇ ਵੇਚਣਾ ਸ਼ੁਰੂ ਕਰ ਦਿੱਤਾ। ਈਰਾਨ ਨੇ ਚੀਨ ਨੂੰ ਯੂਆਨ ਦੇ ਬਦਲੇ ਤੇ ਲੀਬੀਆ ਨੇ ਦਿਨਾਰ ਦੇ ਬਦਲੇ। ਲੀਬੀਆ ਨੇ ਤਾਂ ਆਪਣਾ ਦਿਨਾਰ ਸੋਨੇ ਦਾ ਸਿੱਕਾ ਬਣਾ ਦਿੱਤਾ, ਜਿਸ ਦਾ ਨਾਂ ਗੋਲਡ ਦਿਨਾਰ ਰੱਖਿਆ। ਇਹ ਗੋਲਡ ਦਿਨਾਰ ਡਾਲਰ ਤੋਂ ਜ਼ਿਆਦਾ ਮਕਬੂਲ ਹੋ ਰਿਹਾ ਸੀ। ਇਸੇ ਕਰਕੇ ਇਰਾਕ ਤੇ ਲੀਬੀਆ ਨੂੰ ਤਬਾਹ ਕਰ ਦਿੱਤਾ ਗਿਆ। ਹੁਣ ਈਰਾਨ ਦੀ ਵਾਰੀ ਹੈ। ਇਸ ਦੇ ਪਿੱਛੇ ਲੁਕੀਆਂ ਜਾਂ ਪ੍ਰਤੱਖ ਸ਼ਕਤੀਆਂ ਕਿਹੜੀਆਂ ਹਨ ਤੇ ਇਸ ਨੂੰ ਕਿਵੇਂ ਆਪਰੇਟ ਕਰਦੀਆਂ ਹਨ, ਉਸ ਦਾ ਅੰਦਾਜ਼ਾ ਕੁਝ ਇਸ ਤਰ੍ਹਾਂ ਦਾ ਹੈ। ਪਹਿਲਾ, ਫੈਡਰਲ ਰਿਜ਼ਰਵ ਸਣੇ ਬਹੁਤ ਬੈਂਕਾਂ ਤੇ ਕੁਝ ਘਰਾਣਿਆਂ ਤੇ ਕਾਰਪੋਰੇਟਾਂ ਦਾ ਕਬਜ਼ਾ ਹੈ। ਦੂਜਾ, ਇਹਨਾਂ ਦੇ ਬੈਂਕਾਂ ਵਿੱਚ ਦੁਨੀਆ 'ਚ ਜਿੰਨਾ ਪੈਸਾ ਹੈ ਉਸ ਦਾ 80% ਜਮ੍ਹਾਂ ਹੈ। ਤੀਜਾ, ਇਹਨਾਂ ਬੈਂਕਾਂ ਦੀ ਪਾਲਿਸੀ ਹੈ ਕਿ ਲੋਕਾਂ ਨੂੰ ਜਿੰਨਾ ਵੱਧ ਤੋਂ ਵੱਧ ਹੋ ਸਕੇ ਕਰਜ਼ਾਈ ਕਰ ਦਿਓ। ਚੌਥਾ, ਘਰੇਲੂ ਖਰੀਦਦਾਰ ਲਈ ਹਰ ਆਦਮੀ ਦੀ ਜੇਬ ਵਿੱਚ ਇੱਕ ਕ੍ਰੈਡਿਟ ਕਾਰਡ ਪਾ ਦਿਓ, ਜਿਸ ਨਾਲ ਉਹ ਬਿਨਾਂ ਪੈਸੇ ਦਿੱਤਿਆਂ ਉਧਾਰ ਖਰੀਦ ਸਕੇ। ਲੋਕਾਂ ਨੂੰ ਉਧਾਰ ਲੈਣ ਦੀ ਆਦਤ ਪਾ ਦਿਓ ਤੇ ਜਦੋਂ ਉਹ ਉਧਾਰ ਲਿਆ ਪੈਸਾ ਜਾਂ ਸਮਾਨ ਦੀ ਕੀਮਤ ਨਾ ਮੋੜ ਸਕਣ ਤਾਂ ਉਸ 'ਤੇ ਵੱਧ ਵਿਆਜ ਲਾ ਕੇ ਜਿੰਨਾ ਸ਼ੋਸ਼ਣ ਕੀਤਾ ਜਾ ਸਕਦਾ ਹੈ ਕਰੋ। ਪੰਜਵਾਂ, ਜਦੋਂ ਲੋਕ ਕਰਜ਼ੇ ਤੋਂ ਤੰਗ ਆ ਜਾਣਗੇ ਤਾਂ ਉਹ ਆਪਣੀਆਂ ਸਰਕਾਰਾਂ ਦੇ ਗਲ ਪੈਣਗੇ। ਇਸ ਹਾਲਤ ਵਿੱਚ ਸਰਕਾਰਾਂ ਤੁਹਾਡੇ ਤੋਂ ਕਰਜ਼ੇ ਦੀ ਮੰਗ ਕਰਨਗੀਆਂ। ਉਦੋਂ ਤੁਸੀਂ ਜਿੰਨਾ ਵੱਧ ਤੋਂ ਵੱਧ ਹੋ ਸਕੇ ਸਰਕਾਰਾਂ ਨੂੰ ਕਰਜ਼ ਦਿਓ ਤੇ ਉਹਨਾਂ ਤੋਂ ਆਪਣੀਆਂ ਸ਼ਰਤਾਂ ਮਨਵਾ ਲਓ ਤੇ ਸਰਕਾਰੀ ਪਾਲਿਸੀਆਂ ਆਪਣੇ ਹੱਕ ਵਿੱਚ ਉਹਨਾਂ ਤੋਂ ਬਣਵਾਉਂਦੇ ਰਹੋ। ਛੇਵਾਂ, ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇ ਕੋਈ ਸਰਕਾਰ ਜਾਂ ਸਰਕਾਰ ਦਾ ਮੁਖੀ ਇਹ ਨਾ ਮੰਨੇ ਤਾਂ ਸਰਕਾਰ ਦਾ ਰਾਜ ਪਲਟਾ ਕਰਾ ਦਿਓ ਜਾਂ ਸਰਕਾਰ ਦੇ ਮੁਖੀ, ਰਾਜੇ, ਪ੍ਰੈਜ਼ੀਡੈਂਟ, ਪ੍ਰਧਾਨ ਮੰਤਰੀ ਆਦਿ ਜੋ ਵੀ ਹੋਵੇ ਮਰਵਾ ਦਿਓ। ਇਸ ਤਰ੍ਹਾਂ ਇਰਾਕ ਦੇ ਸਦਾਮ ਹੁਸੈਨ, ਲੀਬੀਆ ਦੇ ਗਦਾਫੀ ਤੇ ਅਨੇਕਾਂ ਹੋਰਾਂ ਦੇਸ਼ਾਂ ਦੀਆਂ ਅਣਗਿਣਤ ਮਿਸਾਲਾਂ ਹਨ। ਇਸ ਤੋਂ ਅਮਰੀਕਾ ਵੀ ਨਹੀਂ ਬਚਿਆ। 6 ਪ੍ਰਧਾਨ ਜਿਵੇਂ ਉੱਤੇ ਦੱਸਿਆ ਗਿਆ ਹੈ, ਇਹਨਾਂ ਦੇ ਸ਼ਿਕਾਰ ਬਣੇ। ਮਾਈਕਲ ਰਿਵਰਸ ਦਾ ਕਹਿਣਾ ਕਿ ਇਸ ਕਾਰਪੋਰੇਟ ਸੈਕਟਰ ਨੇ ਅਮਰੀਕਾ ਵਿੱਚ ਵੀ ਫੌਜੀ ਰਾਜ ਪਲਟੇ ਦੀ ਕੋਸ਼ਿਸ਼ ਕੀਤੀ। ਅਮਰੀਕਾ ਦੇ ਨੇਵੀ ਦਾ ਇੱਕ ਬੜਾ ਮਸ਼ਹੂਰ ਜਰਨੈਲ ਮੇਜਰ ਜਨਰਲ ਸਮੈਡਲੇ ਬਟਲਰ ਨੂੰ ਪ੍ਰੇਰਨ ਦੀ ਕੋਸ਼ਿਸ਼ ਕੀਤੀ ਕਿ ਉਹ ਅਮਰੀਕਾ ਵਿੱਚ ਰਾਜ ਪਲਟਾ ਲੈ ਆਵੇ ਤੇ ਪ੍ਰੈਜ਼ੀਡੈਂਟ ਦੀ ਥਾਂ ਸੈਕਟਰੀ ਆਫ ਜਨਰਲ ਅਫੇਅਰਸ ਨਾਮਜ਼ਦ ਕਰੇ, ਜੋ ਨਿਊਯਾਰਕ, ਵਾਲ ਸਟਰੀਟ ਦੇ ਕਾਰਪੋਰੇਟ ਸੈਕਟਰ ਨੂੰ ਜਵਾਬਦੇਹ ਹੋਵੇ। ਕਿਉਂਕਿ ਪ੍ਰੈਜ਼ੀਡੈਂਟ ਫਰੈਂਕਲਿਨ ਡੀ ਰੂਜ਼ਵੈਲਟ, ਜੋ 1933 ਤੋਂ 1945 ਤੱਕ ਪ੍ਰਧਾਨ ਰਹੇ ਨੇ, ਆਪਣੀ ਪਹਿਲੀ ਚੋਣ ਤੋਂ ਪਿੱਛੋਂ ਇੱਕ ਨਿਊ ਡੀਲ ਨਾਂ ਦਾ ਪ੍ਰੋਗਰਾਮ ਦਿੱਤਾ ਸੀ, ਜਿਸ ਅਨੁਸਾਰ ਬੈਂਕਾਂ ਸੰਬੰਧੀ ਕਾਨੂੰਨ ਵਿੱਚ ਤਬਦੀਲੀ ਲਿਆਉਣਾ। ਕਈ ਰਿਲੀਫ ਪ੍ਰੋਗਰਾਮ, ਜਿਨ੍ਹਾਂ ਵਿੱਚ ਕਰਮਚਾਰੀ ਤੇ ਹੋਰ ਕੰਮਾਂ ਵਿੱਚ ਲੱਗੇ ਵਰਕਮੈਨਾਂ ਨੂੰ ਸਹੂਲਤਾਂ ਤੇ ਖੇਤੀਬਾੜੀ ਬਾਰੇ ਸੁਧਾਰ ਲਿਆਉਣ ਸ਼ਾਮਿਲ ਸੀ, ਜੋ ਬੈਂਕਾਂ ਦੇ ਮਾਲਕਾਂ ਤੇ ਕਾਰਪੋਰੇਟ ਸੈਕਟਰ ਨੂੰ ਪਸੰਦ ਨਹੀਂ ਸੀ। ਉਹ ਰੂਜ਼ਵੈਲਟ ਨੂੰ ਹਰ ਹਾਲਤ ਵਿੱਚ ਹਟਾਉਣਾ ਚਾਹੁੰਦੇ ਸਨ। ਜਨਰਲ ਬਟਲਰ ਪਹਿਲਾਂ ਤਾਂ ਜਾਣਬੁੱਝ ਕੇ ਉਹਨਾਂ ਦੀ ਹੀ ਹਾਂ ਵਿੱਚ ਹਾਂ ਮਿਲਾਉਂਦਾ ਰਿਹਾ, ਪਰ ਪਿੱਛੋਂ ਉਸਨੇ ਸਾਰੀ ਕਥਾ ਪਾਰਲੀਮੈਂਟ ਨੂੰ ਦੱਸ ਦਿੱਤੀ। ਰਾਜ ਪਲਟਾ ਬਚ ਗਿਆ, ਪਰ ਪ੍ਰੈਜ਼ੀਡੈਂਟ ਰੂਜ਼ਵੈਲਟ ਰਾਜ ਪਲਟਾ ਕਰਨ ਵਾਲਿਆਂ ਦੇ ਖਿਲਾਫ ਕੋਈ ਠੋਸ ਕਾਰਵਾਈ ਨਾ ਕਰ ਸਕਿਆ, ਕਿਉਂਕਿ ਉਹ ਸਰਕਾਰੀ ਦਰਬਾਰੇ ਰਸੂਖ ਰੱਖਦੇ ਸਨ। ਰੂਜ਼ਵੈਲਟ ਦੂਜੀ ਜੰਗ ਦੇ ਦਰਮਿਆਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਕੁਝ ਨਾ ਪਲਟਾਕਾਰੀਆਂ ਦੇ ਖਿਲਾਫ ਐਕਸ਼ਨ ਲੈ ਸਕਿਆ। ਜਨਰਲ ਬਟਲਰ ਨੇ ਆਪਣੇ ਬਾਰੇ ਲਿਖਦਿਆਂ ਆਪਣਾ ਕੌੜਾ ਤਜਰਬਾ ਇਸ ਤਰ੍ਹਾਂ ਬਿਆਨ ਕੀਤਾ। ਮੈਂ 33 ਸਾਲ ਤੇ 4 ਮਹੀਨੇ ਫੌਜ ਦੀ ਨੌਕਰੀ, ਇਸ ਦੇ ਸਭ ਤੋਂ ਮਹੱਤਵਪੂਰਨ ਅੰਗ ਨੇਵੀ ਵਿੱਚ ਐਕਟਿਵ ਸਰਵਿਸ ਕੀਤੀ। ਮੈਂ ਸੈਕਿੰਡ ਲੈਫਟੀਨੈਂਟ ਤੋਂ ਜਰਨੈਲ ਤੱਕ ਦੇ ਸਾਰੇ ਅਹੁਦਿਆਂ 'ਤੇ ਰਿਹਾ ਹਾਂ। ਇਸ ਸਮੇਂ ਦੌਰਾਨ ਮੈਂ ਇੱਕ ਤਰ੍ਹਾਂ ਵੱਡੇ ਬਿਜ਼ਨਸ ਘਰਾਣਿਆਂ, ਵਾਲ ਸਟਰੀਟ ਤੇ ਬੈਂਕਾਂ ਦੇ ਮਾਲਕਾਂ ਦਾ ਮਸਲਮੈਨ ਰਿਹਾ ਹਾਂ। ਮੈਨੂੰ ਲੱਗਦਾ ਹੈ ਮੈਂ ਇਹਨਾਂ ਦੇ ਰੈਕਟ ਦਾ ਹਿੱਸਾ ਬਣ ਗਿਆ ਸਾਂ। ਹੁਣ ਮੈਨੂੰ ਯਕੀਨ ਹੋ ਗਿਆ ਹੈ ਕਿ ਫੌਜ ਵਿੱਚ ਕੰਮ ਕਰਦੇ ਸਾਰੇ ਵਿਅਕਤੀਆਂ ਵਾਂਗ ਮੇਰੇ ਕੋਈ ਵੀ ਅਸਲੀ ਵਿਚਾਰ ਨਹੀਂ ਸਨ। ਮੇਰੀ ਸੋਚਣ ਸ਼ਕਤੀ ਇੱਕ ਪਾਸੇ ਧਰ ਦਿੱਤੀ ਗਈ ਸੀ। ਮੈਂ ਹਮੇਸ਼ਾ ਉੱਪਰਲਿਆਂ ਦੇ ਹੁਕਮ ਹੀ ਮੰਨਦਾ ਰਿਹਾ ਹਾਂ। ਮੈਂ ਮੈਕਸੀਕੋ ਦੇਸ਼ ਨੂੰ ਅਮਰੀਕਾ ਦੇ ਹਿੱਤਾਂ ਦੇ ਅਨੁਕੂਲ ਬਣਾਇਆ।
ਮੈਂ ਹੈਟੀ ਤੇ ਕਿਊਬਾ ਨੂੰ ਨੈਸ਼ਨਲ ਸਿਟੀ ਬੈਂਕ ਦੇ ਮੁਨਾਫਿਆਂ ਦੇ ਅਨੁਕੂਲ ਬਣਾਇਆ। ਮੈਂ ਨਿਕਾਰਾਗੁਆ 'ਚ ਬਰਾਊਨ ਬ੍ਰਦਰਜ਼ ਦੇ ਬੈਂਕਾਂ ਲਈ ਰਾਹ ਸਾਫ਼ ਕੀਤੀ। ਮੈਂ ਅਮਰੀਕਾ ਦੀ ਸ਼ੂਗਰ ਇੰਡਸਟਰੀ ਵਾਸਤੇ ਡੋਮਿਨਿਕਨ ਰਿਪਬਲਿਕ ਨੂੰ ਅਨੁਕੂਲ ਬਣਾਇਆ। ਇਸ ਬਦਲੇ ਮੈਨੂੰ ਮਾਣ ਤਾਣ ਦਿੱਤਾ ਗਿਆ, ਤਮਗੇ ਦਿੱਤੇ ਗਏ, ਤਰੱਕੀਆਂ ਦਿੱਤੀਆਂ ਗਈਆਂ। ਹੁਣ ਜਦੋਂ ਮੈਂ ਪਿੱਛੇ ਮੁੜ ਕੇ ਵੇਖਦਾ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਮੈਂ 3 ਮਹਾਂਦੀਪਾਂ ਵਿੱਚ ਇਹਨਾਂ ਦੀਆਂ ਸਾਜ਼ਿਸ਼ਾਂ ਦਾ ਹਿੱਸਾ ਬਣਿਆ ਰਿਹਾ। War is Racket. Source is Retirement Detailing by General Butler.